ਦੋਸਤੋ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈ ਜਾਣਗੀਆਂ। ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕੀਤਾ ਗਿਆ ਹੈ। ਕਰੋੜਾਂ ਦੀ ਸੰਪਤੀ ਵਾਲਾ, ਗਰੀਬ ਅਤੇ ਨਾਰੀ ਸਸ਼ਕਤੀਕਰਨ ਦਾ ਪ੍ਰਤੀਕ ਚਰਨਜੀਤ ਸਿੰਘ ਚੰਨੀ। ਮੁੱਖ ਮੰਤਰੀ ਦੀ ਦੌੜ ਵਿੱਚ ਨਵਜੋਤ ਸਿੰਘ ਸਿੱਧੂ ਪਹਿਲਾਂ ਬਰਾਬਰ ਚੱਲ ਰਹੇ ਸਨ, ਪਰ ਉਹ ਹੁਣ ਪਛੜ ਗਏ ਹਨ। ਚਰਨਜੀਤ ਸਿੰਘ ਚੰਨੀ ਹੀ ਇਸ ਵੇਲੇ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੈ। ਆਓ ਰਾਜਨੀਤਿਕ ਸ਼ਾਸਤਰ ਨੂੰ ਥੋੜ੍ਹਾ ਸਮਝੀਏ। ਪਹਿਲਾਂ ਕਾਂਗਰਸ ਹਾਈ ਕਮਾਂਡ ਦਾ ਬਿਆਨ सुनो। सिद्धू जी, झाकड़ जी, हमारी पूरी की पूरी टीम, हीरो की टीम यहां पंजाब को बदलने आई है। सबसे सस्ती बिजली, गरीबी से निकले हैं और दिल में, खून में पंजाब है। अभी सुनिएगा, सिद्धू जी के दिल में, खून में पंजाब है। काट के देखिए, कभी काट के देखिए, निकलेगा खून, निकलेगा, पंजाब दिखाई देगा उसमें। की सरकार को देखें, वो सरकार जो आज भी जितने भी आप विज्ञापन देखते हैं उसमें किसका चेहरा दिखता है? केजरीवाल जी का चेहरा दिखता है, एक ही नेता का चेहरा दिखता है। क्यों? क्योंकि अब सरकार बनेगी यहां तो वहां से चलेगी। कोई फर्क नहीं होगा किसी भाजपा की सरकार में और इनमें, ये भी दिल्ली से ही चलाई जाएगी, आपके लिए नहीं चलेगी। आपको बताया जाता है कि बहुत उपलब्धियां हैं इस सरकार की, लेकिन कोविड के समय देखिए क्या हुआ। ऑक्सीजन की कमी थी, अस्पताल भर गए थे, कुछ नहीं, नए अस्पताल, नई स्वास्थ्य सुविधाएं नहीं बनाई, जांचों में घोटाले थे, मृत्यु के आंकड़ों में घोटाले थे। हर तरह से, हर तरफ से जब आप देखें तो वहां की सरकार विफल हुई। ਪੰਜਾਬ ਦੀ ਰਾਜਨੀਤੀ ਵਿੱਚ ਸਿੱਧੂ ਨੂੰ ਕਾਂਗਰਸ ਵੱਲੋਂ ਇੱਕ ਮੋਹਰੇ ਦੇ ਤੌਰ ਤੇ ਵਰਤਿਆ ਗਿਆ, ਜਿਸ ਮੋਹਰੇ ਨਾਲ ਵਜ਼ੀਰ ਕੈਪਟਨ ਅਮਰਿੰਦਰ ਸਿੰਘ ਦਾ ਸ਼ਿਕਾਰ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਤਾਂ ਲਾਰਿਆਂ ਵਿੱਚ ਰੱਖਿਆ ਗਿਆ ਅਤੇ ਮੁੜ ਕੇ ਕਿਸੇ ਝੱਗ ਵਾਂਗ ਬਿਠਾ ਦਿੱਤਾ ਗਿਆ। ਹੁਣ ਨਾ ਤਾਂ ਉਹ ਆਪਣੀ ਰਾਜਨੀਤਿਕ ਪਾਰਟੀ ਬਦਲ ਸਕਦੇ ਹਨ, ਨਾ ਹੀ ਆਪਣੇ ਸਟੈਂਡ ਤੋਂ ਇੱਧਰ ਉੱਧਰ ਹੋ ਸਕਦੇ ਹਨ। ਇਸ ਦੌਰਾਨ ਉਹਨਾਂ ਕੁਝ ਅਜਿਹੇ ਬਿਆਨ ਦਿੱਤੇ ਜੋ ਵਾਕਈ ਉਹਨਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ। ਸੁਣੋ। ਇਹ ਲੰਬੂ, ਉਹਦੇ ਨਾਲ ਇੱਕੋ ਜੋਸ਼ੀ, ਕਾਲਾ ਬਾਮਨ, ਸਮਝ ਨਹੀਂ, ਤੇ ਨਾਲ ਜੇਤਲੀ ਖੜਾ ਹੈ, ਜੇਤਲੀ ਸਾਹਿਬ ਹੈ। ਐ ਕਰਕੇ ਉਹਨੇ ਐ ਜੇ ਕਰਕੇ ਕੀਤਾ ਨਾ, ਗੁਬਾਰਾ ਉਡਾਇਆ, ਐ ਕਰਕੇ ਪਾੜ ਪਾੜ ਕੇ ਉਹ ਤੇ ਕਮਿਊਨਿਟੀ ਵਾਈਜ਼ ਜਿਹੜਾ ਵਾ ਉਹ ਕਮੈਂਟਸ ਕਰਨੇ ਲੱਗ ਪਿਆ। ਮੈਨੂੰ ਉਹਨਾਂ ਨੇ ਕਿਹਾ ਕਾਲਾ ਬਾਹਮਣ, ਬਾਹਮਣ ਕਹਿੰਦਾ, ਵੈਸੇ ਤਾਂ ਬ੍ਰਾਹਮਣ ਕਹੀਦਾ। ਇਸ ਕਰਕੇ ਮੈਂ ਸਿੱਧੂ ਸਾਹਿਬ ਨੂੰ ਇਹ ਕਹੂੰਗਾ ਕਿ ਤੁਸੀਂ ਕਿਸੇ ਇਹੋ ਜਿਹੇ ਕਮੈਂਟਸ ਕਰਕੇ ਤੁਹਾਡਾ ਫਾਇਦਾ ਨਹੀਂ ਹੋਣਾ, ਤੁਸੀਂ ਆਪਣਾ ਨੁਕਸਾਨ ਕਰ ਰਹੇ ਜੇ। ਆਪਣੀ ਜਿਹੜੀ ਹੈ ਨਾ ਬੁੱਧੀ ਜਿਹੜੀ ਆ ਭ੍ਰਿਸ਼ਟ ਹੋ ਰਹੀ ਆ, ਉਹਨੂੰ ਭ੍ਰਿਸ਼ਟ ਹੋਣ ਦਿਓ। ਕੁਝ ਲੋਕਾਂ ਲਈ ਨਵਜੋਤ ਸਿੰਘ ਸਿੱਧੂ ਦੀ ਇਹ ਭਾਸ਼ਾ ਹੰਕਾਰ ਦੀ ਭਾਸ਼ਾ ਹੈ, ਪਰ ਦੇਖਿਆ ਜਾਵੇ ਤਾਂ ਅਸਲ ਵਿੱਚ ਇਹ ਉਹਨਾਂ ਦੀ ਹੜਬੜਾਹਟ ਹੀ ਹੈ, ਜਿਸ ਵਿੱਚ ਕਹਿੰਦੇ ਨੇ ਪੰਜਾਬੀ ਵਿੱਚ ਕਿ ਅਵਾ ਤਵਾ ਬੋਲ ਰਿਹਾ ਹੈ। ਇਸ ਨਾਲ ਉਹ ਆਪਣਾ ਨੁਕਸਾਨ ਹੀ ਕਰਵਾਵੇਗਾ। ਆਪਣਾ ਰਾਜਨੀਤਿਕ ਕੱਦ ਜੋ ਲੋਕਾਂ ਵਿੱਚ ਮਜ਼ਾਕ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਉਸ ਨੂੰ ਹੋਰ ਨੁਕਸਾਨ ਪਹੁੰਚਾਵੇਗਾ। ਪੰਜਾਬ ਦੀ ਇੱਕ ਧਿਰ ਹੋਰ ਹੰਕਾਰੀ ਹੋਈ ਹੈ, ਜੋ ਹਮੇਸ਼ਾ ਟੀਚਰ ਵਿੱਚ ਹੀ ਗੱਲ ਕਰਦੀ ਹੈ। ਉਹਨਾਂ ਦੇ ਹੰਕਾਰ ਭਰੇ ਹੋਏ ਬੋਲ ਸੁਣੋ। ਕੀ ਕਹਿ ਰਿਹਾ ਹੈ ਹੋਣ ਵਾਲਾ ਮੁੱਖ ਮੰਤਰੀ? ਬਾਦਲਾਂ ਦੇ ਟੱਬਰ ਚੋਂ 5 ਬੰਦੇ ਲੜ ਰਹੇ ਆ। ਬਾਦਲ ਸਾਹਿਬ, ਉਹਨਾਂ ਦਾ ਮੁੰਡਾ ਸੁਖਬੀਰ, ਉਹਦਾ ਸਾਲਾ ਮਜੀਠੀਆ, ਉਹਦੀ ਸਾਲੇ ਹਾਰ ਗੁਰਨੀਤ ਕੌਰ ਮਜੀਠੇ ਤੋਂ, ਤੇ ਪ੍ਰਾਹੁਣਾ ਉੱਥੋਂ ਪੱਟੀ ਤੋਂ। ਔਰ ਮੈਂ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਕਹਿਣਾ, ਸੂਰਜ ਮੱਥੇ ਲੱਗਦਾ,
ਮੈਂ ਝੂਠ ਨਹੀਂ ਬੋਲਦਾ, 32 ਦੰਦ ਨੇ, 5 ਦੇ ਪੰਜੇ ਹਾਰਨਗੇ। ਹਾਰ ਜਿੱਤ ਦਾ ਫੈਸਲਾ ਤਾਂ ਲੋਕਾਂ ਦੀਆਂ ਵੋਟਾਂ ਨੇ ਕਰਨਾ ਹੈ, ਪਰ ਸਾਡੇ ਸਿਆਸੀ ਆਗੂ ਕਿੰਨੇ ਹੰਕਾਰੇ ਹੋਏ ਹਨ, ਉਹਨਾਂ ਦੇ ਬੋਲਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ। ਅਕਾਲੀ ਦਲ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਹੈ। ਇਹਨਾਂ ਚੁਣਾਵਾਂ ਵਿੱਚ ਅਕਾਲੀ ਦਲ ਨੂੰ ਲਗਭਗ ਖਤਮ ਹੀ ਸਮਝ ਬੀਜੇਪੀ ਵਾਂਗ ਬਹੁਤ ਸਾਰੇ ਕਹਿ ਰਹੇ ਹਨ ਕਿ ਕੁਝ ਸੀਟਾਂ ਤੱਕ ਹੀ ਸੀਮਿਤ ਰਹਿਣਗੇ, ਪਰ ਅਕਾਲੀ ਦਲ ਹੀ ਇਹਨਾਂ ਵੋਟਾਂ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤੀ ਨਾਲ ਸਾਹਮਣੇ ਆਵੇਗਾ। ਬੀਜੇਪੀ ਵਾਲਾ ਗਠਜੋੜ ਵੀ ਕੁਝ ਚਮਤਕਾਰ ਕਰ ਸਕਦਾ ਹੈ। ਦਿੱਲੀੋਂ ਆਈ ਪਾਰਟੀ ਦੇ ਨੁਮਾਇੰਦੇ ਪੰਜਾਬ ਵਿੱਚ ਆਪਣਾ ਜ਼ੋਰ ਲਗਾ ਰਹੇ ਹਨ, ਨਵੇਂ ਰਿਸ਼ਤੇ ਜੋੜੇ ਜਾ ਰਹੇ ਹਨ, ਲੋਕਾਂ ਨੂੰ ਇਮੋਸ਼ਨਲ ਕੀਤਾ ਜਾ ਰਿਹਾ ਹੈ। ਕੇਜਰੀਵਾਲ ਜੀ ਭਾਬੀ ਜੀ ਸਾਡੇ, ਉਹਨਾਂ ਦੀ ਬੇਟੀ ਉਹ ਆ ਰਹੇ ਨੇ ਤੇ ਵਿਚਾਰ ਵਟਾਂਦਰਾ ਮਹਿਲਾਵਾਂ ਨਾਲ ਹੈ, ਪੋਲੀਟੀਕਲ ਨਹੀਂ ਹੈ। ਧੂਰੀ ਹਲਕੇ ਦੀਆਂ ਮਾਵਾਂ ਭੈਣਾਂ ਨਾਲ ਵਿਚਾਰ ਵਟਾਂਦਰਾ ਹੈ। उस प्रोग्राम का नाम है लेखा मामा धियां दा, बड़ी मशहूर कहावत भी है। हमें पता चला है ईडी के अंदर उनके भांजे ने चन्नी के ये कबूल कर लिया कि ये पैसा चन्नी जी का है, ट्रांसफर पोस्टिंग का ये सारा पैसा उनका है। मैं ये जानना चाहता हूँ, ईडी में अगर कोई इस तरह से कबूल कर ले और किसी का नाम ले तो उसकी तो तुरंत गिरफ्तारी होती है। ईडी चन्नी साहब को गिरफ्तार क्यों नहीं कर रहा? हिसाब से तो उनकी गिरफ्तारी होनी चाहिए थी, उनसे गिरफ्तार करके उनसे क्वेश्चनिंग इन्वेस्टिगेशन होनी चाहिए थी, इंटेरोगेशन होनी चाहिए थी उनकी। अगर उनके भांजे ने उनका नाम ले लिया, कबूल कर लिया कि ये सारा पैसा उनका है, तो फिर उनको तो गिरफ्तार करना चाहिए। मैं नहीं कह रहा जी, देखो आपका चैनल और मैं यहाँ कई लोगों को जानता हूँ, आप ही लोगों ने चमकौर साहब में जा के जनता से बात की और सारी वहाँ की जनता कह रही है जी चन्नी जी के संरक्षण में यहाँ पे रेता चोरी होती है। उसकी जांच तो होनी चाहिए ना, तो जांच निष्पक्ष जांच कैसे होगी, कौन करेगा? ईडी ने एक जांच की, उसमें निकल के आया कैश मिला, नोटों की गड्डियाँ मिली, बेनामी एंट्रीज मिली, वहाँ पे बड़ी बड़ी गाड़ियाँ मिली, वो तो कोई नहीं झुठला सकता ना। सब आए, इन्होंने महिलावां वास्ते 1000 रुपये का अनाउंस किया 18 साल तो उपर हर एक महिला। एक मिनट लेट मी फिनिश। सिद्धू साहब कहते मेरे नाल डिबेट करो, ये तुसीं किवें दे दोगे? 4 दिन बाद आप ही कह रहे सी मैं 2000 रुपये दूँगा, नाल 8 सिलेंडर दूँगा, 5वीं पास में 10,000, 8वीं पास में 15,000, 10वीं पास में 20,000, नाल स्कूटियां नाल लैपटॉप। मतलब लोगों ने मजाक उड़ाया इस गल का कि जिहड़ियां स्कूटियां ने जिहड़ियां 12वीं पास कुड़ियां जिन्हें मिलणगियां, ये सिर्फ उन्होंने ही मिलणगियां जिन्हां दे भाइयां नूं कैप्टन वाले स्मार्टफोन मिल गए। सो ये इहो जिहा कुछ कर रहे हैं, कुछ भी लिखी जाते हैं, कुछ भी असी गारंटियां दित्ती हैं, पूरा रोड मैप बना के कर सकते। 1 लाख रोजगार बनाए जाए, महिलाओं को प्रति माह 1100 रुपए दिए जाएं ताकि उनका कुछ सपोर्ट हो, जो गृहस्थ महिलाएं उनको, जरूरतमंद परिवारों को हर साल फ्री में 1 गैस का सिलेंडर नहीं लेकिन 8 गैस के सिलेंडर देना चाहते हैं। सरकारी अस्पताल में 20 लाख तक मुफ्त इलाज करवाएंगे। राज्य रोजगार योजना के तहत पंजाब में के सभी निवासियों को 100 दिन का रोजगार का गारंटी दिया जाएगा। आंगनवाड़ी की बहनों को 10,000 रुपए प्रति माह दिया जाएगा। सरकारी स्कूलों की लड़कियों को स्मार्टफोन और लैपटॉप दिया जाएगा। ਸਾਰੀਆਂ ਸਿਆਸੀ ਪਾਰਟੀਆਂ, ਖਾਸ ਕਰ ਦਿੱਲੀੋਂ ਆਈਆਂ ਸਿਆਸੀ ਪਾਰਟੀਆਂ ਤਾਂ ਸ਼ਰੇਆਮ ਖੁੱਲ੍ਹ ਕੇ ਪੰਜਾਬੀਆਂ ਨੂੰ ਮੁਰਦਾ ਸਮਾਜ ਸਮਝ ਕੇ ਅਜੀਬ ਜਿਹੇ ਝੂਠੇ ਲਾਰੇ ਲਾ ਰਹੇ ਹਨ। ਜਦੋਂ ਆਪਣੇ ਤੇ ਈਡੀ ਦੀ ਕਾਰਵਾਈ ਹੁੰਦੀ ਹੈ ਤਾਂ ਉਦੋਂ ਕਹਿੰਦੇ ਹਨ ਕਿ ਦੁਰਉਪਯੋਗ ਹੋ ਰਿਹਾ ਹੈ। ਦੂਜਿਆਂ ਦੇ ਵਾਰੀ ਭਾਸ਼ਾ ਅਤੇ ਨਜ਼ਰੀਆ ਬਿਲਕੁਲ ਹੀ ਬਦਲ ਜਾਂਦਾ ਹੈ। ਸਾਡੇ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦਾ ਜਵਾਬ ਕਿਵੇਂ ਦੇਣਾ ਹੈ। ਕੀ ਇਹਨਾਂ ਦੇ ਝੂਠੇ ਲਾਰਿਆਂ ਵਿੱਚ ਆਉਣਾ ਹੈ ਜਾਂ ਕੋਈ ਗੈਰਤਮੰਦ ਫੈਸਲਾ ਕਰਨਾ ਹੈ। ਇਹਨਾਂ ਰਾਜਨੀਤਿਕ ਪਾਰਟੀਆਂ ਤੋਂ
ਫਿਲਹਾਲ ਛੁਟਕਾਰਾ ਦਿਵਾਉਣ ਵਾਲੀ ਕੋਈ ਵੀ ਧਿਰ ਪੰਜਾਬ ਵਿੱਚ ਪੰਜਾਬੀਅਤ ਅਤੇ ਸਿੱਖ ਗੁਰੂਆਂ ਦੀ ਧਰਤੀ ਪੰਜਾਬ ਦਾ ਮਾਣ ਵਧਾਉਣ ਵਾਲੀ ਨਜ਼ਰ ਨਹੀਂ ਆ ਰਹੀ। ਪਰ ਫਿਰ ਵੀ ਆਵਾਜ਼ ਤਾਂ ਆਉਣੀ ਚਾਹੀਦੀ ਹੀ ਹੈ। ਜੇ ਕਿਸੇ ਦੇ ਸਮਰਥਨ ਦੀ ਨਹੀਂ ਤਾਂ ਘੱਟੋ ਘੱਟ ਉਹਨਾਂ ਦੇ ਖਿਲਾਫ ਤਾਂ ਹੋਣੀ ਹੀ ਚਾਹੀਦੀ ਹੈ ਜੋ ਸਾਨੂੰ ਮੁਰਦਾ ਸਮਝ ਰਹੇ ਹਨ।